ਵੈਲਕਮ ਸਟੂਡੈਂਟਸ, ਮਾਈ ਨੇਮ ਇਜ਼ ਗੁਰਸੰਗਤ ਸਿੰਘ। ਅੱਜ ਆਪਾਂ ਓਪਰੇਟਿੰਗ ਸਿਸਟਮ ਚੈਪਟਰ ਦਾ ਸ਼ਡਿਊਲਿੰਗ ਐਲਗੋਰਿਦਮਸ ਟੌਪਿਕ ਲੈ ਕੇ ਆਏ ਹਾਂ। ਸ਼ਡਿਊਲਿੰਗ ਐਲਗੋਰਿਦਮ ਸਮਝਣ ਲਈ ਆਪਾਂ ਨੂੰ ਕੁਝ ਗੱਲਾਂ ਦਾ ਧਿਆਨ ਦੇਣਾ ਪੈਣਾ। ਸਭ ਤੋਂ ਪਹਿਲੀ ਗੱਲ ਹੈ ਕਿ ਇੱਕ ਟਾਈਮ 'ਤੇ ਇੱਕੋ ਪ੍ਰੋਸੈਸ ਐਗਜ਼ੀਕਿਊਟ ਹੋਊਗਾ। ਓਨਲੀ ਵਨ ਪ੍ਰੋਸੈਸ ਵਿਲ ਐਗਜ਼ੀਕਿਊਟ ਐਟ ਅ ਟਾਈਮ। ਉਸ ਤੋਂ ਬਾਅਦ ਸ਼ਡਿਊਲਿੰਗ ਐਲਗੋਰਿਦਮਸ ਦੋ ਤਰ੍ਹਾਂ ਦੇ ਹੁੰਦੇ ਨੇ, ਪ੍ਰੀਐਮਪਸ਼ਨ, ਨੋਨ ਪ੍ਰੀਐਮਪਸ਼ਨ। ਪ੍ਰੀਐਮਪਸ਼ਨ 'ਚ ਕੀ ਹੁੰਦਾ ਕਿ ਇੱਕ ਪ੍ਰੋਸੈਸ ਅਗਰ ਇੱਕ ਪ੍ਰੋਸੈਸ ਐਗਜ਼ੀਕਿਊਟ ਹੋ ਰਿਹਾ ਅਤੇ ਉਹਨੂੰ ਆਪਾਂ ਪ੍ਰੀਐਮਪਟ ਕਰਕੇ CPU ਦੂਸਰੇ ਪ੍ਰੋਸੈਸ ਨੂੰ ਦੇ ਸਕਦੇ ਹਾਂ। ਇਹ ਟਾਈਪ ਦੀ ਅੱਜ ਆਪਾਂ ਨੂੰ ਲੋੜ ਨਹੀਂ ਪੈਣੀ, ਕਿਉਂਕਿ ਜਿਹੜਾ ਆਪਾਂ ਪਹਿਲਾਂ ਫਸਟ ਕਮ ਫਸਟ ਸਰਵ ਐਲਗੋਰਿਦਮ ਕਰਾਂਗੇ ਅੱਜ, ਉਹ ਨੋਨ ਪ੍ਰੀਐਮਪਸ਼ਨ ਟਾਈਪ ਦਾ ਐਲਗੋਰਿਦਮ ਹੈ, ਜਿਹਦੇ ਵਿੱਚ ਜੋ ਵਿਲ ਲੀਵ ਦੀ CPU ਔਨ ਇਟਸ ਓਨ। ਮਤਲਬ ਅਗਰ ਇੱਕ ਪ੍ਰੋਸੈਸ ਨੂੰ 8 ਸੈਕਿੰਡ ਲੱਗਦੇ ਆ ਕੰਪਲੀਟ ਹੋਣ ਨੂੰ, ਔਰ ਅਗਰ ਪ੍ਰੋਸੈਸ ਨੂੰ CPU ਅਸਾਈਨ ਹੋਊਗਾ, ਪ੍ਰੋਸੈਸ P ਹੈ, ਉਹਨੂੰ CPU ਅਸਾਈਨ ਹੋਊਗਾ ਅਤੇ ਉਹ ਕੰਪਲੀਟਲੀ ਐਗਜ਼ੀਕਿਊਟ ਹੋਊਗਾ, ਫਿਰ ਹੀ CPU ਨੂੰ ਲੀਵ ਕਰੂਗਾ। ਅਦਰਵਾਈਜ਼ ਉਹ ਲੀਵ ਨਹੀਂ ਕਰੂਗਾ ਜਦ ਤੱਕ ਉਹਦਾ ਕੰਪਲੀਟ ਐਗਜ਼ੀਕਿਊਸ਼ਨ ਨਹੀਂ ਹੋ ਜਾਂਦਾ। ਇਸ ਤੋਂ ਬਾਅਦ 'ਚ ਆਪਾਂ ਨੂੰ ਦੇਖਣਾ ਹੈ ਗੈਂਟ ਚਾਰਟ, ਜਿਹਨੂੰ ਆਪਾਂ ਟਾਈਮਲਾਈਨ ਡਾਇਗਰਾਮ ਵੀ ਕਹਿੰਦੇ ਹਾਂ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਇਹ ਹੈ ਗੈਂਟ ਚਾਰਟ। ਇਹਦੇ ਵਿੱਚ ਆਪਾਂ ਨੂੰ ਧਿਆਨ ਦੇਣਾ ਇੱਕ ਗੱਲ, ਨੋਟ 'ਤੇ ਲਿਖਿਆ ਵੀ ਹੈ, ਆਲਵੇਜ਼ ਸਟਾਰਟ ਫਰੋਮ ਜ਼ੀਰੋ। ਮਤਲਬ ਕਿਸੇ ਵੀ ਪ੍ਰੋਸੈਸ ਦਾ ਅਰਾਈਵਲ ਟਾਈਮ ਕਿੰਨਾ ਵੀ ਹੋਵੇ, ਗੈਂਟ ਚਾਰਟ ਹਮੇਸ਼ਾ ਜ਼ੀਰੋ ਤੋਂ ਸਟਾਰਟ ਹੋਊਗਾ। ਔਰ ਇਹੀ ਗੈਂਟ ਚਾਰਟ ਦੇਖ ਕੇ ਆਪਾਂ ਨੂੰ ਪਤਾ ਚੱਲੂਗਾ ਕੰਪਲੀਸ਼ਨ ਟਾਈਮ, ਪ੍ਰੋਸੈਸ ਦਾ ਕੰਪਲੀਸ਼ਨ ਟਾਈਮ ਕਿਆ ਹੈ, ਜਿਹੜਾ ਕਿ ਆਪਾਂ ਨੂੰ ਅੱਗੇ ਕੰਮ ਆਊਗਾ ਵੇਟਿੰਗ ਟਾਈਮ ਕੱਢਣ 'ਚ ਜਾਂ ਟਰਨ ਅਰਾਊਂਡ ਟਾਈਮ ਕੱਢਣ 'ਚ। ਓਕੇ, ਇਹ ਤੋਂ ਬਾਅਦ 'ਚ ਆਪਾਂ ਫਸਟ ਕਮ ਫਸਟ ਸਰਵ ਅੱਜ ਆਪਾਂ ਐਲਗੋਰਿਦਮ ਕਰ ਰਹੇ ਹਾਂ। ਫਸਟ ਕਮ ਫਸਟ ਸਰਵ, ਉਹਦੇ ਬਾਰੇ ਦੇਖਾਂਗੇ। ਫਿਰ ਇੱਕ ਸਿੰਪਲ ਜੀ ਐਗਜ਼ਾਮਪਲ ਆਪਾਂ ਪਹਿਲਾਂ ਦੇਖਾਂਗੇ। ਦੋ ਐਗਜ਼ਾਮਪਲਾਂ ਮੈਂ ਕਰੂੰਗਾ, ਇੱਕ ਤੁਹਾਡੇ ਹੋਮਵਰਕ ਦਊਂਗਾ ਤੁਹਾਨੂੰ ਪ੍ਰੈਕਟਿਸ ਲਈ। ਓਕੇ, ਸਭ ਤੋਂ ਪਹਿਲਾ ਐਲਗੋਰਿਦਮ ਹੈ ਫਸਟ ਕਮ ਫਸਟ ਸਰਵ। ਫਸਟ ਕਮ ਫਸਟ ਸਰਵ ਦੇ ਵਿੱਚ ਆਪਾਂ ਦੇਖਣਾ ਹੈ ਅਰਾਈਵਲ ਟਾਈਮ, ਕਿਸੇ ਵੀ ਪ੍ਰੋਸੈਸ ਦਾ ਅਰਾਈਵਲ ਟਾਈਮ ਦੇਖਣਾ ਆਪਾਂ। ਇੱਥੇ ਜਿਵੇਂ ਲਿਖਿਆ ਵੀ ਹੈ, ਸਮੋਲਰ ਅਰਾਈਵਲ ਟਾਈਮ ਫਸਟ। ਜਿਹੜੇ ਵੀ ਪ੍ਰੋਸੈਸ ਦਾ ਅਰਾਈਵਲ ਟਾਈਮ ਸਭ ਤੋਂ ਘੱਟ ਹੈ, ਉਹ ਪਹਿਲਾਂ ਐਗਜ਼ੀਕਿਊਟ ਹੋਊਗਾ। ਉਸ ਤੋਂ ਜ਼ਿਆਦਾ ਜਿਹਦਾ ਅਰਾਈਵਲ ਟਾਈਮ ਹੈ, ਉਸ ਤੋਂ ਬਾਅਦ 'ਚ ਦਾ ਅਰਾਈਵਲ ਟਾਈਮ ਜਿਹਦਾ, ਉਸ ਤੋਂ ਬਾਅਦ 'ਚ ਉਹ ਐਗਜ਼ੀਕਿਊਟ ਹੋਊਗਾ। ਹੁਣ ਆਪਾਂ ਸੋਚੀਏ ਜੇ ਕਿ ਅਗਰ ਦੋ ਪ੍ਰੋਸੈਸ ਦਾ ਅਰਾਈਵਲ ਟਾਈਮ, ਪ੍ਰੋਸੈਸ P1 ਹੈ, ਪ੍ਰੋਸੈਸ P2 ਹੈ, ਅਰਾਈਵਲ ਟਾਈਮ ਦੋਵਾਂ ਦਾ ਸੇਮ ਹੈ, ਉਹ ਕੇਸ 'ਚ ਕੀ ਹੋਊਗਾ? ਉਹ ਕੇਸ 'ਚ ਅੱਗੇ ਇੱਥੇ ਲਿਖਿਆ ਸਮੋਲਰ ਪ੍ਰੋਸੈਸ ID ਫਸਟ। ਮਤਲਬ ਅਗਰ P1 P2 ਦਾ ਅਰਾਈਵਲ ਟਾਈਮ 0 ਹੈ, ਮਤਲਬ ਸੇਮ ਹੈ, ਅਤੇ P1 ਦਾ ਪ੍ਰੋਸੈਸ ID ਛੋਟੀ ਹੈ, P1 ਇਜ਼ ਸਮੋਲਰ, ਅਤੇ P1 ਐਗਜ਼ੀਕਿਊਟ ਹੋਊਗਾ ਪਹਿਲਾਂ, ਫਿਰ ਐਗਜ਼ੀਕਿਊਟ ਹੋਊਗਾ P2। ਇਹੀ ਸਮਝਣ ਲਈ ਆਪਾਂ ਇੱਕ ਐਗਜ਼ਾਮਪਲ ਕਰਾਂਗੇ। ਸਭ ਤੋਂ ਪਹਿਲਾਂ ਐਗਜ਼ਾਮਪਲ 'ਤੇ ਲੈ ਕੇ ਚੱਲਦਾ ਮੈਂ। ਇਹ ਐਗਜ਼ਾਮਪਲ ਜਿਵੇਂ ਤੁਸੀਂ ਦੇਖ ਸਕਦੇ ਹੋ, ਤਿੰਨ ਪ੍ਰੋਸੈਸ ਨੇ P1 P2 P3। ਅਰਾਈਵਲ ਟਾਈਮ ਤਿੰਨਾਂ ਦਾ ਸੇਮ ਹੈ, 0 ਹੁਣ ਇਹਨਾਂ ਦਾ ਆਪਾਂ ਕੰਪਲੀਸ਼ਨ ਟਾਈਮ ਕੱਢਣਾ, ਟਰਨ ਅਰਾਊਂਡ ਟਾਈਮ ਕੱਢਣਾ, ਵੇਟਿੰਗ ਟਾਈਮ ਕੱਢਣਾ। ਇਹਦੇ ਲਈ ਆਪਾਂ ਨੂੰ ਗੈਂਟ ਚਾਰਟ ਬਣਾਉਣਾ ਪੈਣਾ। ਹੁਣ ਜਿਵੇਂ ਕਿਹਾ ਸੀ, ਅਗਰ ਸਾਰਿਆਂ ਦਾ ਅਰਾਈਵਲ ਟਾਈਮ, ਦੋ ਪ੍ਰੋਸੈਸ ਦਾ ਅਰਾਈਵਲ ਟਾਈਮ ਸੇਮ ਹੋਵੇ,
ਤੇ ਆਪਾਂ ਸਮੋਲਰ ਪ੍ਰੋਸੈਸ ਆਈਡੀ ਫਸਟ, ਜਿਹੜੇ ਪ੍ਰੋਸੈਸ ਦੀ ਆਈਡੀ ਸਮੋਲਰ ਹੈ ਉਹ ਪਹਿਲਾਂ ਐਗਜ਼ੀਕਿਊਟ ਹੋਊਗਾ। ਹੁਣ ਆਪਾਂ ਗੈਂਟ ਚਾਰਟ ਬਣਾਉਣਾ ਹੈ। ਆਲਵੇਜ਼ ਸਟਾਰਟ ਹੋਊਗਾ 0 ਤੋਂ। ਹੁਣ ਆਪਾਂ ਦੇਖਣਾ ਹੈ 0 ਸੈਕਿੰਡ 'ਤੇ ਕੋਈ ਪ੍ਰੋਸੈਸ ਅਰਾਈਵ ਹੋਇਆ ਜਾਂ ਨਹੀਂ। 0 ਸੈਕਿੰਡ 'ਤੇ ਤਿੰਨੋਂ ਪ੍ਰੋਸੈਸ P1 P2 P3 ਅਰਾਈਵ ਹੋ ਚੁੱਕੇ ਨੇ, ਮਗਰ ਹੁਣ ਕਿਹੜਾ ਸਭ ਤੋਂ ਪਹਿਲਾਂ ਐਗਜ਼ੀਕਿਊਟ ਹੋਊਗਾ? ਜਿਹਦੀ ਸਮੋਲਰ ਆਈਡੀ ਹੈ। ਸਮੋਲਰ ਆਈਡੀ ਕਿਹਦੀ ਹੈ? P1 ਐਗਜ਼ੀਕਿਊਟ ਹੋਊਗਾ, ਕਿਉਂਕਿ ਇਹ ਨੋਨ ਪ੍ਰੀਐਮਪਸ਼ਨ ਟਾਈਪ ਦਾ ਐਲਗੋਰਿਦਮ ਹੈ। ਨੋਨ ਪ੍ਰੀਐਮਪਸ਼ਨ ਟਾਈਪ ਦਾ ਐਲਗੋਰਿਦਮ ਹੈ ਅਤੇ P1 ਕੰਪਲੀਟਲੀ ਐਗਜ਼ੀਕਿਊਟ ਹੋਊਗਾ। P1 ਦਾ ਬਰਸਟ ਟਾਈਮ 24 ਹੈ, 24 ਸੈਕਿੰਡ ਲਈ ਐਗਜ਼ੀਕਿਊਟ ਹੋਊਗਾ। ਉਸ ਤੋਂ ਬਾਅਦ ਸਮੋਲਰ ਆਈਡੀ ਕਿਹਦੀ ਹੈ? P2 ਔਰ P3 ਦੀ। P2 ਦੀ P2 ਦਾ ਬਰਸਟ ਟਾਈਮ ਕਿੰਨਾ ਹੈ? 3। 24 + 3 27। ਉਸ ਤੋਂ ਬਾਅਦ ਇੱਕੋ ਪ੍ਰੋਸੈਸ ਰਹਿ ਗਿਆ P3 ਦਾ ਵੀ ਬਰਸਟ ਟਾਈਮ 3 ਹੈ। 27 + 3 30। ਉਸ ਤੋਂ ਬਾਅਦ ਆਪਾਂ ਲਿਖਾਂਗੇ ਕੰਪਲੀਸ਼ਨ ਟਾਈਮ। ਕੰਪਲੀਸ਼ਨ ਟਾਈਮ ਆਪਾਂ ਨੂੰ ਇੱਥੋਂ ਹੀ ਪਤਾ ਲੱਗ ਜੂਗਾ। P3 ਕੰਪਲੀਟ ਹੋਇਆ 30 ਸੈਕਿੰਡ 'ਤੇ, P2 ਹੋਇਆ 27 ਸੈਕਿੰਡ 'ਤੇ, P1 ਹੋਇਆ 24 ਸੈਕਿੰਡ 'ਤੇ। ਕੰਪਲੀਸ਼ਨ ਟਾਈਮ ਲਿਖ ਦਾਂਗੇ 24, 27 ਐਂਡ 30। ਉਸ ਤੋਂ ਬਾਅਦ ਆਪਾਂ ਕੱਢਾਂਗੇ ਟਰਨ ਅਰਾਊਂਡ ਟਾਈਮ। ਟਰਨ ਅਰਾਊਂਡ ਟਾਈਮ ਕੱਢਣ ਲਈ ਆਪਾਂ ਨੂੰ ਫਾਰਮੂਲਾ ਪਹਿਲਾਂ ਹੀ ਲਿਖਿਆ ਵਾ, ਕੰਪਲੀਸ਼ਨ ਟਾਈਮ ਮਾਈਨਸ ਅਰਾਈਵਲ ਟਾਈਮ। ਕੰਪਲੀਸ਼ਨ ਟਾਈਮ P1 ਦਾ 24, ਅਰਾਈਵਲ ਟਾਈਮ 0, 24। ਸੇਮ ਉਵੇਂ ਕੰਪਲੀਸ਼ਨ ਟਾਈਮ P2 ਦਾ 27 ਹੈ, ਅਰਾਈਵਲ ਟਾਈਮ 0 ਹੈ, ਅਤੇ ਵੀ ਆ ਜਾਊਗਾ 27। ਕੰਪਲੀਸ਼ਨ ਟਾਈਮ P3 ਦਾ 30 ਹੈ, 30 - 0 30। ਹੁਣ ਆਪਾਂ ਕੱਢਣਾ ਵੇਟਿੰਗ ਟਾਈਮ। ਵੇਟਿੰਗ ਟਾਈਮ ਇਜ਼ ਇਕੁਅਲ ਟੂ ਟਰਨ ਅਰਾਊਂਡ ਟਾਈਮ ਮਾਈਨਸ ਬਰਸਟ ਟਾਈਮ। ਪ੍ਰੋਸੈਸ P1 ਦਾ ਟਰਨ ਅਰਾਊਂਡ ਟਾਈਮ ਹੈ 24, ਬਰਸਟ ਟਾਈਮ ਵੀ ਹੈ 24, 0। ਵੇਟਿੰਗ ਟਾਈਮ P1 ਦਾ ਆ ਗਿਆ 0। ਉਵੇਂ ਹੀ P2 ਦਾ ਕੱਢਾਂਗੇ ਟਰਨ ਅਰਾਊਂਡ ਟਾਈਮ ਮਾਈਨਸ ਬਰਸਟ ਟਾਈਮ 27 - 3 24। ਸੇਮ ਉਵੇਂ ਹੀ P3 ਦਾ 30 - 3 27। ਹੁਣ ਆਪਾਂ ਕੱਢਾਂਗੇ ਐਵਰੇਜ ਟਰਨ ਅਰਾਊਂਡ ਟਾਈਮ, ਜਿਹੜਾ ਕੀ ਹੈ ਸਾਰਿਆਂ ਦਾ ਐਡੀਸ਼ਨ ਕਰ ਲਾਂਗੇ 24 + 27 + 30 / ਨੰਬਰ ਆਫ ਪ੍ਰੋਸੈਸਿਸ ਦੈਟ ਇਜ਼ 3। ਇਹ ਕੈਲਕੂਲੇਟ ਕਰਾਂਗੇ ਅਤੇ 27 ਆ ਜਾਊਗਾ। ਉਵੇਂ ਐਵਰੇਜ ਵੇਟਿੰਗ ਟਾਈਮ ਇਜ਼ ਇਕੁਅਲ ਟੂ 0 + 24 + 27 / ਨੰਬਰ ਆਫ ਪ੍ਰੋਸੈਸਿਸ 3। ਇਹ ਆ ਜਾਊਗਾ 51/3 ਇਜ਼ ਇਕੁਅਲ ਟੂ 17। ਇਸ ਤਰ੍ਹਾਂ ਆਪਾਂ ਐਵਰੇਜ ਟਰਨ ਅਰਾਊਂਡ ਟਾਈਮ ਔਰ ਐਵਰੇਜ ਵੇਟਿੰਗ ਟਾਈਮ ਕੱਢ ਲਾਂਗੇ। ਇਸ ਤੋਂ ਬਾਅਦ ਇੱਕ ਆਪਾਂ ਹੋਰ ਐਗਜ਼ਾਮਪਲ ਦੇਖਦੇ ਹਾਂ। ਆਈ ਥਿੰਕ ਕਲੀਅਰ ਹੋ ਗਿਆ ਹੋਊਗਾ ਇਹ ਤਾਂ। ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ। ਪਹਿਲੀ ਐਗਜ਼ਾਮਪਲ ਜਿਹੜੀ ਲਿੱਤੀ ਸੀ ਆਪਾਂ, ਇਹ ਦੇਖਦੇ ਹਾਂ। ਹੁਣ ਇਹਦੇ ਵਿੱਚ ਅਰਾਈਵਲ ਟਾਈਮ ਸਾਰਿਆਂ ਦੇ ਅਲੱਗ ਅਲੱਗ ਨੇ, ਪ੍ਰੋਸੈਸ ਦੇ ਅਰਾਈਵਲ ਟਾਈਮ ਅਲੱਗ ਅਲੱਗ ਨੇ। ਹੁਣ ਆਪਾਂ ਦੇਖਾਂਗੇ ਜੈਂਟ ਚਾਰਟ। ਸਭ ਤੋਂ ਪਹਿਲਾਂ ਸਟਾਰਟ ਹੁੰਦਾ 0 ਤੋਂ। 0 ਸੈਕਿੰਡ 'ਤੇ P0 ਅਰਾਈਵ ਹੋਇਆ, P0 ਨੂੰ ਐਗਜ਼ੀਕਿਊਟ ਕਰਾ ਦਾਂਗੇ। P0 ਦਾ ਬਰਸਟ ਟਾਈਮ 10 ਹੈ, 10 ਸੈਕਿੰਡ ਲਈ ਹੋ ਜਾਊਗਾ। ਉਸ ਤੋਂ ਬਾਅਦ 10 ਸੈਕਿੰਡ ਤੱਕ ਸਾਰੇ ਅਰਾਈਵ ਹੋ ਚੁੱਕੇ ਨੇ। ਅਗਰ ਆਪਾਂ ਦੇਖੀਏ ਮੈਕਸੀਮਮ ਅਰਾਈਵਲ ਟਾਈਮ ਹੈ P3 ਦਾ 5,
और आप 10 सेकंड तक एग्जीक्यूट करवाता, मतलब सारे प्रोसैस आ चुके ने इस टाइम। उस तो बाद मगर आप देखना सब तो घट अराइवल टाइम किहदा, उस तो बाद P1 का P1 का बर्स्ट टाइम है 6 सेकंड, 10 + 6 16। उस तो बाद P2 का बर्स्ट टाइम है 2, 16 + 2 18। उस तो बाद P3 का बर्स्ट टाइम 4 है, 18 + 4 22। ਹੁਣ ਇੱਥੋਂ ਹੀ ਆਪਾਂ देख के लिख ਲਾਂਗੇ, मैं पिछली एग्जाम्पल 'ਚ लिखिया सी ਆਪਾਂ कंप्लीशन टाइम P0 ਦਾ है 10, P1 ਦਾ 16, P2 ਦਾ 18, P3 ਦਾ 22। ਆਪਾਂ सेम ਫਾਰਮੂਲਾ ਹੀ यूज़ ਕਰਾਂਗੇ टर्न अराउंड टाइम ਕੱਢਣ ਲਈ। कंप्लीशन टाइम माइनस अराइवल टाइम। कंप्लीशन टाइम P0 ਦਾ 10, अराइवल टाइम है 0, 10 - 0 10। उवें P1 ਦਾ 16 - 1 15। उवें P2 ਦਾ 18 - 3 15। उवें P3 ਦਾ 22 - 5 17। उवें ਆਪਾਂ वेटिंग टाइम ਕੱਢ ਲਾਂਗੇ फॉर्मूला यूज़ करके। वेटिंग टाइम इज इक्वल टू टर्न अराउंड टाइम माइनस बर्स्ट टाइम। P0 ਦਾ टर्न अराउंड टाइम 10, बर्स्ट टाइम 10, 10 - 10 0। P1 ਦਾ 15 - 6 9। P2 15 - 2 13। P3 ਦਾ 17 - 4 13। ਹੁਣ ਆਪਾਂ ਇੱਥੇ ਐਵਰੇਜ ਕੱਢ ਲਾਂਗੇ ਇਹਨਾਂ ਦੇ। ਐਵਰੇਜ टर्न अराउंड टाइम इज इक्वल टू 10 + 15 + 15 + 17 + 17 डिवाइड बाय नंबर ऑफ प्रोसेसिस दैट इज़ 4। ये कैलकुलेट करांगे ये आ जाऊगा 14.25। इस तो बाद आप कढ़ना एवरेज वेटिंग टाइम इज इक्वल टू, तो देख लेंगे आप 0 + 9 + 13 + 13 डिवाइड बाय 4। ये आ जाऊगा 8.75। हूँ एक क्वेश्चन होर आता कि नंबर ऑफ, ये भी क्वेश्चन पूछ लें, नंबर ऑफ कंटेक्स्ट स्विच, नंबर ऑफ कंटेक्स्ट स्विचिंग मतलब प्रोसैस कितनी बार स्विच होया। पहले P0 होया, फिर P1 होया, फिर P2 होया, फिर 3 होया। अगर आप एवं देखिए P0 to P1 एक होया, P1 to P2 दो होया, P2 to P3 तीन होया। एक तो ये तरीका पता करने का, ये पर थोनों प्रोसैस एग्जीक्यूट करा के देखने पैने। नॉन प्रीएम्पशन टाइप एल्गोरिदम दे विच, नॉन प्रीएम्पशन टाइप एल्गोरिदम दे विच फॉर्मूला टू कैलकुलेट नंबर ऑफ कंटेक्स्ट स्विचिंग इज इक्वल टू नंबर ऑफ प्रोसेसिस -1। ये फॉर्मूला है, तुसी याद रखो। बिना प्रोसैस नूं एग्जीक्यूट करवा के भी तुसी नंबर ऑफ कंटेक्स्ट स्विच पता कर सकते हो। यही एग्जाम्पल से अगर आप देखिए टोटल नंबर ऑफ प्रोसैसिस किन्ने सी 4 - 1 इज इक्वल टू 3। सेम आ गया, नंबर ऑफ कंटेक्स्ट स्विचिंग इज इक्वल टू 3। एक बार फिर तो देख लियो, सब कुछ स्क्रीन पर ही है। इस तो बाद एक प्रैक्टिस क्वेश्चन है, उसी करके ये क्वेश्चन है प्रैक्टिस क्वेश्चन। ये एवरेज टर्न अराउंड टाइम कढ़ना,
ਐਵਰੇਜ ਵੇਟਿੰਗ ਟਾਈਮ ਕੱਢਣਾ ਤੇ ਨੰਬਰ ਆਫ ਕੰਟੈਕਟ ਸਵਿਚ ਵੀ ਦੱਸਣਾ। ਨੰਬਰ ਆਫ ਕੰਟੈਕਟਸ ਸਵਿਚ ਇਹ ਤੁਸੀਂ ਕੈਲਕੂਲੇਟ ਕਰਕੇ ਕਮੈਂਟ ਸੈਕਸ਼ਨ 'ਚ ਆਨਸਰ ਦਿਓ। ਥੈਂਕ ਯੂ ਐਵਰੀਵਨ। ਆਪਾਂ ਅਗਲੀ ਵੀਡੀਓ 'ਚ ਮਿਲਾਂਗੇ ਜਿਸ 'ਚ ਆਪਾਂ ਇੱਕ ਹੋਰ ਕੁਝ ਡਿਫਰੈਂਟ ਤਰ੍ਹਾਂ ਦਾ ਫਸਟ ਕਮ ਫਸਟ ਸਰਵ ਐਲਗੋਰਿਦਮ ਦਾ ਐਗਜ਼ਾਮਪਲ ਲੈ ਕੇ ਆਊਂਗਾ, ਉਹ ਆਪਾਂ ਸੋਲਵ ਕਰਾਂਗੇ, ਦੇਖਾਂਗੇ ਕਿਵੇਂ ਸੋਲਵ ਹੋਊਗੀ। ਥੈਂਕ ਯੂ ਐਵਰੀਵਨ।